ਕਦੇ ਇਹ ਨਹੀਂ ਸੋਚਣਾ ਚਾਹੀਦਾ ਆਪਾਂ ਨੂੰ ਵੀ ਮੈਂ ਇੱਕ ਵਾਰੀ ਫੇਲ ਹੋ ਗਿਆ ਤਾਂ ਆਪਾਂ ਕੰਮ ਛੱਡ ਦਈਏ। ਇਹ ਡਿੱਗ ਡਿੱਗ ਕੇ ਬੰਦਾ ਸਵਾਰ ਹੁੰਦਾ। ਤਿਆਰੀ ਕਰਦੇ 2013 ਦੇ ਵਿੱਚ ਐਗਜ਼ਾਮ ਦਿੱਤਾ ਜੋ ਕਿ ਫੇਲ ਹੋ ਗਿਆ। ਫਿਰ 14 ਔਰ 15 ਦੇ ਵਿੱਚ ਫਿਰ ਐਗਜ਼ਾਮ ਦਿੱਤਾ, ਉਹ ਵੀ ਫੇਲ ਹੋ ਗਏ। 3 ਵਾਰ ਫੇਲ ਹੋਣ ਤੋਂ ਬਾਅਦ ਫਿਰ ਮੈਂ ਚੌਥੀ ਵਾਰੀ ਫਿਰ ਤਿਆਰੀ ਕੀਤੀ 2016 ਦੇ ਵਿੱਚ, ਤੇ ਫਿਰ ਮੈਂ ਅਪਲਾਈ ਕੀਤਾ ਤੇ ਮੈਂ ਚੌਥੀ ਵਾਰੀ ਟੈਸਟ ਕਲੀਅਰ ਕਰਕੇ ਫਿਰ ਮੈਂ 2017 ਦੇ ਵਿੱਚ ਅਸਿਸਟੈਂਟ ਮੈਨੇਜਰ ਅਪਾਇੰਟਮੈਂਟ ਹੋ ਗਿਆ। ਉਸ ਟਾਈਮ ਤੇ ਮੇਰੇ ਕੋਲੇ ਹੋਰ ਕੋਈ ਸਾਧਨ ਨਹੀਂ ਸੀਗਾ ਆਪਣੇ ਬੱਚੇ ਪਾਲਣ ਦਾ। ਮੈਂ ਟੈਕਸੀ ਨਾਲ ਹੀ ਕੰਮ ਚਲਾਉਂਦਾ ਰਿਹਾ। ਮੇਰੇ ਬੱਚਿਆਂ ਦੇ ਇੰਜੀਨੀਅਰਿੰਗ ਕਰਦੇ ਸੀ, ਉਹਨਾਂ ਦੀ ਫੀਸ ਵਗੈਰਾ ਦੇਣਾ ਕਈ ਵਾਰੀ ਬੜੀ ਔਖੀ ਹੁੰਦੀ ਸੀ ਸਾਨੂੰ, ਪਰ ਮੇਰਾ ਇਦਾਂ ਸੀ ਵੀ ਸਾਰਾ ਰੁਜ਼ਗਾਰ ਫਿਰ ਟੈਕਸੀ ਦੇ ਸਿਰ ਤੇ ਚੱਲਦਾ ਰਿਹਾ। ਜਾਂ ਮੇਰੀ ਪੈਨਸ਼ਨ ਸੀ ਉਹ ਵੀ ਬਹੁਤ ਘੱਟ ਸੀਗੀ। ਹੁਣ ਕਈ ਲੋਕਾਂ ਦੀ ਸੋਚ ਆ ਵੀ ਛੱਪੜ ਦੇ ਪਾਣੀ ਵਾਂਗੂ ਅਸੀਂ ਖੜੇ ਹੀ ਰਹਿਣਾ। ਮੈਂ ਖੜੇ ਪਾਣੀ ਨੂੰ ਫਿਰ ਜੀਲੀ ਲੱਗਦੀ ਆ, ਜਾਂ ਆਪਾਂ ਉਹ ਕਹਿ ਦਈਏ ਜਿਵੇਂ ਵਗਦੇ ਪਾਣੀ ਵਾਂਗੂ ਵਗਦੇ ਪਾਣੀ ਨੇ ਤਾਂ ਸਭ ਪੱਥਰ ਪੁੱਥਰ ਰੋੜ ਕੇ ਲੈ ਜਾਣੇ ਨੇ। ਸੋ ਅੱਜ ਮੇਰੇ ਨਾਲ ਪਰਮਜੀਤ ਸਿੰਘ ਮਠਾਰੂ ਮੌਜੂਦ ਨੇ, ਜਿਨ੍ਹਾਂ ਦੀ ਉਮਰ 58 ਸਾਲ ਆ। ਅੱਜ ਕੱਲ੍ਹ ਇਹ ਸੁਰਖੀਆਂ ਦੇ ਵਿੱਚ ਨੇ। ਸੋ ਦੱਸ ਦਈਏ ਕਿ ਪਰਮਜੀਤ ਸਿੰਘ ਮਠਾਰੂ ਅਖਾੜਾ ਪਿੰਡ ਦੇ ਯੂਨੀਅਨ ਬੈਂਕ ਦੇ ਵਿੱਚ ਗਨਮੈਨ ਦੀ ਜੋਬ ਕਰਦੇ ਸੀਗੇ। ਸੋ ਅੱਜ ਉਹ ਬੈਂਕ ਦੇ ਵਿੱਚ, ਉਸੇ ਬੈਂਕ ਦੇ ਵਿੱਚ ਮੈਨੇਜਰ ਬਣ ਗਏ ਨੇ। ਪਰਮਜੀਤ ਸਿੰਘ ਮਠਾਰੂ ਮੇਰੇ ਨਾਲ ਮੌਜੂਦ ਨੇ, ਗੱਲਬਾਤ ਵੀ ਕਰਾਂਗੇ। ਸੋ ਦੱਸ ਦਿੰਦਾ ਕਿ ਪਰਮਜੀਤ ਸਿੰਘ ਮਠਾਰੂ ਇਸ ਤੋਂ ਪਹਿਲਾਂ ਆਰਮੀ ਦੇ ਵਿੱਚ ਵੀ ਰਿਟਾਇਰ ਹੋ ਚੁੱਕੇ ਨੇ। ਉਸ ਤੋਂ ਬਾਅਦ ਇਹਨਾਂ ਨੇ 3 ਸਾਲ ਕਰੀਬ ਟੈਕਸੀ ਚਲਾਈ। ਉਸ ਤੋਂ ਬਾਅਦ ਅਖਾੜਾ ਦੇ ਵਿੱਚ ਯੂਨੀਅਨ ਬੈਂਕ ਦੇ ਵਿੱਚ ਗਨਮੈਨ ਦੀ ਜੋਬ ਕੀਤੀ। ਸੋ ਅੱਜ ਉਸ ਬੈਂਕ ਦੇ ਵਿੱਚ ਮੈਨੇਜਰ ਦੇ ਤੌਰ ਤੇ ਤੈਨਾਤ ਨੇ। ਮਠਾਰੂ ਸਾਹਿਬ, ਬੜੀ ਸੁਰਖੀਆਂ ਦੇ ਵਿੱਚ ਉਹ ਕਹਿੰਦੇ ਕਿ ਗਨਮੈਨ ਦੀ ਜੋਬ ਕਰਦੇ ਸੀ, ਉਸੇ ਬੈਂਕ 'ਚ ਅੱਜ ਮੈਨੇਜਰ ਲੱਗ ਗਏ। ਹਾਂਜੀ, ਸਭ ਤੋਂ ਪਹਿਲਾਂ ਤਾਂ ਜਗਬਾਣੀ ਚੈਨਲ ਨੂੰ ਮੇਰੀ ਤਰਫੋਂ ਸਤਿ ਸ੍ਰੀ ਅਕਾਲ। ਹਾਂਜੀ, ਇਹ ਬੜੇ ਮਾਣ ਵਾਲੀ ਗੱਲ ਆ ਕਿ ਮੈਂ 2009 ਦੇ ਵਿੱਚ 2008 ਦੇ ਦਸੰਬਰ ਦੇ ਵਿੱਚ ਮੈਂ ਐਜ਼ ਏ ਗਨਮੈਨ ਯੂਨੀਅਨ ਬੈਂਕ ਆਫ ਇੰਡੀਆ ਦੀ ਅਖਾੜਾ ਬ੍ਰਾਂਚ ਦੇ ਵਿੱਚ ਜੁਆਇਨ ਹੋਇਆ ਸੀਗਾ, ਜਿੱਥੇ ਕਿ ਮੈਂ ਹੁਣ ਇਸੇ ਅਖਾੜਾ ਬ੍ਰਾਂਚ ਦੇ ਵਿੱਚ ਹੀ 31 ਮਾਰਚ 2022 ਨੂੰ ਵੀ ਮੈਨੇਜਰ ਦੇ ਪਦ ਤੇ ਪ੍ਰਮੋਟ ਹੋਇਆ। ਇਹ ਸਫ਼ਰ ਸਭ ਤੋਂ ਪਹਿਲਾਂ ਤਾਂ ਮੈਂ ਪਿੰਡ ਪੜੈਣ ਦਾ ਰਹਿਣ ਵਾਲਾ, ਤੇ ਪਿੰਡ ਪੜੈਣ ਦੇ ਵਿੱਚ ਮੈਂ 1964 ਦੇ ਵਿੱਚ ਜਨਮ ਲਿਆ ਸੀ, ਉਸੇ ਪਿੰਡ ਦੇ ਵਿੱਚ ਹੀ। ਤੇ ਜਿਹੜੀ ਮੈਂ ਮੁੱਢਲੀ ਪੜ੍ਹਾਈ ਆ ਉਹ ਵੀ ਮੈਂ ਆਪਣੇ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਹੀ ਕੀਤੀ ਸੀ। ਤੇ ਸਰਕਾਰੀ ਸਕੂਲ ਦੇ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਮੈਂ 17 ਸਾਲ ਦੀ ਉਮਰ ਦੇ ਵਿੱਚ ਸਿੱਖ ਰੈਜੀਮੈਂਟ ਦੇ ਵਿੱਚ ਆਰਮੀ ਜੁਆਇਨ ਕੀਤੀ। ਉਹਦੇ ਵਿੱਚ ਮੈਂ ਅਲੱਗ-ਅਲੱਗ ਥਾਵਾਂ ਤੇ ਵੱਖ-ਵੱਖ ਏਰੀਏ ਦੇ ਵਿੱਚ ਮੈਂ ਡਿਊਟੀਆਂ ਤੇ ਤੈਨਾਤ ਰਹੇ। ਜਿਸ ਤਰ੍ਹਾਂ ਅਸੀਂ ਨਾਗਾਲੈਂਡ, ਮਿਜ਼ੋਰਮ, ਲੇਹ ਲਦਾਖ, ਸਾਈਚਨ ਗਲੇਸ਼ੀਅਰ, ਉਹਦੇ ਦੌਰਾਨ ਸ਼੍ਰੀਲੰਕਾ ਏਰੀਆ, JNK, ਕਹਿਣ ਦਾ ਭਾਵ ਵੀ ਸਾਰਾ ਹੀ ਏਰੀਆ ਅਸੀਂ ਡਿਊਟੀ ਕੀਤੀ ਆ ਆਰਮੀ ਦੇ ਵਿੱਚ। ਫਿਰ 21 ਸਾਲ ਸਰਵਿਸ ਕਰਕੇ 2003 ਦੇ ਵਿੱਚ ਮੈਂ ਆਰਮੀ ਦੇ ਵਿੱਚੋਂ ਰਿਟਾਇਰਮੈਂਟ ਹੋ ਕੇ ਆਇਆ ਐਜ਼ ਏ ਹੌਲਦਾਰ। ਜਦੋਂ ਮੈਂ ਘਰ ਆਇਆ ਤਾਂ ਸਾਡੇ ਕੋਲ ਆਮਦਨ ਦਾ ਸਾਧਨ ਕੋਈ ਜ਼ਿਆਦਾ ਨਹੀਂ ਸੀਗਾ। ਫਿਰ ਮੈਂ ਆ ਕੇ 4-5 ਸਾਲ ਟੈਕਸੀ ਦਾ ਕੰਮ ਕਰਦਾ ਰਿਹਾ। ਉਹਦੇ ਨਾਲ ਮੈਂ ਇੱਕ ਛੋਟੀ ਜਿਹੀ ਦੁਕਾਨ ਵੀ ਪਾਈ ਹੋਈ ਸੀ, ਜਿਹਦੇ ਨਾਲ ਕਿ ਸਾਨੂੰ ਥੋੜ੍ਹਾ ਜਿਹਾ ਆਮਦਨ ਦਾ ਸਾਧਨ ਬਣਿਆ ਰਹੇ। ਮੈਂ ਇੱਕ ਗੱਲ ਹੋਰ ਐਡ ਕਰਨਾ ਚਾਹੂੰਗਾ, ਘਰ ਦੇ ਵਿੱਚ ਹੋਰ ਕੌਣ-ਕੌਣ ਤੁਹਾਡੇ ਨਾਲ ਮੌਜੂਦ ਹੈਗੇ ਨੇ? ਹੁਣ ਘਰ ਦੇ ਵਿੱਚ ਮੇਰੀ ਵਾਈਫ ਆ ਮਿਸਿਸ ਬਲਜੀਤ ਕੌਰ ਮਠਾੜੂ, ਔਰ ਮੇਰਾ ਬੇਟਾ ਸਰਦਾਰ ਕੁਲਵਿੰਦਰ ਸਿੰਘ ਮਠਾੜੂ, ਜੋ ਅੱਜ ਕੱਲ੍ਹ ਕੈਨੇਡਾ ਦੇ ਵਿੱਚ ਗਿਆ ਹੋਇਆ 2 ਸਾਲ ਪਹਿਲਾਂ। ਮੇਰੀ ਬੇਟੀ ਆ ਮਿਸ ਕਰਮਜੀਤ ਕੌਰ ਮਠਾੜੂ, ਔਰ ਸਾਡੀ ਨੂੰਹ ਰਾਣੀ ਆ ਮਿਸਿਸ ਸੁਖਵਿੰਦਰ ਕੌਰ ਮਠਾੜੂ, ਔਰ ਮੇਰਾ ਪੋਤਰਾ ਚਾਹਤਪ੍ਰੀਤ ਸਿੰਘ ਮਠਾੜੂ, ਔਰ ਇੱਕ ਨਿੱਕੀ ਪੋਤਰੀ ਆ ਗਰਨਾਜ ਕੌਰ ਮਠਾੜੂ। ਤੋ ਇਹਨਾਂ ਨੂੰ ਵੀ ਬਹੁਤ ਖੁਸ਼ੀ ਦਾ ਮਾਹੌਲ ਆ ਘਰ ਦੇ ਵਿੱਚ ਕਿ ਵੀ ਸਾਡੇ ਦਾਦਾ ਜੀ, ਉਹ ਤਾਂ ਭੰਗੜੇ ਪਾਉਂਦੇ ਆ ਨਿੱਕੇ ਬੱਚੇ, ਕਿ ਸਾਡੇ ਦਾਦਾ ਜੀ ਬੈਂਕ ਮੈਨੇਜਰ ਬਣੇ ਨੇ। ਤੋ ਇਸ ਕਰਕੇ ਫਿਰ ਮੈਂ 2009 ਦੇ ਵਿੱਚ ਇੱਧਰ ਮੈਨੂੰ ਬੈਂਕ ਦੇ ਵਿੱਚ ਜੁਆਇਨ ਹੋਇਆ ਮੈਂ ਐਜ਼ ਏ ਗਾਰਡ। ਉਸ ਤੋਂ ਪਹਿਲਾਂ ਟੈਕਸੀ ਦਾ ਸਫ਼ਰ ਚੱਲ ਰਿਹਾ ਸੀ, ਟੈਕਸੀ ਸ਼ੁਰੂ ਕੀਤੀ ਫਿਰ ਉਸ ਤੋਂ ਬਾਅਦ? ਹਾਂ, ਜਿੰਨਾ ਚਿਰ ਮੈਂ ਟੈਕਸੀ ਚਲਾਉਂਦਾ ਰਿਹਾ 5 ਸਾਲ ਮੈਂ ਟੈਕਸੀ ਚਲਾਈ। ਟੈਕਸੀ ਦੇ ਵਿੱਚ ਬਸ ਸਾਰਾ ਦਿਨ ਚੱਲ ਰਹਿੰਦੀ ਸੀ, ਦਿਨ ਰਾਤ ਇੱਧਰੋਂ ਸਵਾਰੀ ਚੱਕੋ ਉੱਧਰ ਆਓ, ਤੇ ਉਹ ਕਾਫੀ ਬਾਦਰੇਸ਼ਨ ਵਾਲਾ ਸੀ। ਪਰ ਉਸ ਟਾਈਮ ਤੇ ਮੇਰੇ ਕੋਲੇ ਹੋਰ ਕੋਈ ਸਾਧਨ ਨਹੀਂ ਸੀਗਾ ਆਪਣੇ ਬੱਚੇ ਪਾਲਣ ਦਾ। ਮੈਂ ਟੈਕਸੀ ਨਾਲ ਹੀ ਕੰਮ ਚਲਾਉਂਦਾ ਰਿਹਾ। ਮੇਰੇ ਬੱਚਿਆਂ ਦੇ ਇੰਜੀਨੀਅਰਿੰਗ ਕਰਦੇ ਸੀ, ਉਹਨਾਂ ਦੀ ਫੀਸ ਵਗੈਰਾ ਦੇਣਾ ਕਈ ਵਾਰੀ ਬੜੀ ਔਖੀ ਹੁੰਦੀ ਸੀ ਸਾਨੂੰ, ਪਰ ਮੇਰਾ ਇਦਾਂ ਸੀ ਵੀ ਸਾਰਾ ਰੁਜ਼ਗਾਰ ਫਿਰ ਟੈਕਸੀ ਦੇ ਸਿਰ ਤੇ ਚੱਲਦਾ ਰਿਹਾ। ਜਾਂ ਮੇਰੀ ਪੈਨਸ਼ਨ ਸੀ ਉਹ ਵੀ ਬਹੁਤ ਘੱਟ ਸੀਗੀ। ਫਿਰ ਮੈਂ ਆਪਣੇ ਬੱਚਿਆਂ ਨੂੰ ਵਧੀਆ ਆਪਣੇ ਨਾਲ ਲਾਇਕ ਬਣਾਇਆ। ਮੇਰਾ ਬੇਟਾ MA ਇੰਗਲਿਸ਼ ਕੀਤੀ, ਮੇਰੀ ਬੇਟੀ MBA ਕੀਤੀ ਉਹਨਾਂ ਨੇ, ਤੇ ਇਸ ਕਰਕੇ ਬੱਚਿਆਂ ਨੂੰ ਮੈਂ ਪੜ੍ਹਾਈ ਦੀ ਤਰਫੋਂ ਕੋਈ ਕਸਰ ਨਹੀਂ ਛੱਡੀ। ਤੇ ਇਸੇ ਤਰ੍ਹਾਂ ਤੁਸੀਂ ਆਏ ਫਿਰ 2009 ਚ ਐਜ਼ ਏ ਗਾਰਡ ਦੇ ਤੌਰ ਤੇ? ਹਾਂਜੀ,
2008 ਦੇ 12 ਦਸੰਬਰ ਨੂੰ ਮੈਂ ਬੈਂਕ ਜੁਆਇਨ ਕੀਤੀ ਸੀ ਐਜ ਏ ਗਾਰਡ। ਫਿਰ ਮੈਂ 2 ਸਾਲ ਬਾਅਦ ਪੇਪਰ ਦੇ ਕੇ 2011 ਦੇ ਵਿੱਚ ਮੈਂ ਕੈਸ਼ੀਅਰ ਪ੍ਰਮੋਟ ਹੋਇਆ। ਪਹਿਲੀ ਵਾਰੀ ਮੇਰਾ ਐਗਜ਼ਾਮ ਕਲੀਅਰ ਹੋਇਆ। ਗਾਰਡ ਤੋਂ ਬਾਅਦ ਕੈਸ਼ੀਅਰ? ਹਾਂਜੀ, ਗਾਰਡ ਤੋਂ ਬਾਅਦ ਕੈਸ਼ੀਅਰ। ਫਿਰ ਮੈਨੂੰ ਇਦਾਂ ਲੱਗਿਆ ਵੀ ਮੈਂ ਮੇਰੇ ਕੋਲੋਂ ਗਨ ਨਿਕਲ ਗਈ, ਵਰਦੀ ਨਿਕਲ ਗਈ, ਮੈਂ ਥੋੜਾ ਫਰੀ ਸਟਾਈਲ ਹੋ ਗਿਆ ਕੈਸ਼ੀਅਰ। ਫਿਰ ਮੈਂ ਦੇਖਿਆ ਵੀ ਜਿਹੜਾ ਮੈਂ ਕੰਮ ਕਰਦਾ ਉਹਨੂੰ ਅਫੀਸਰ ਵੈਰੀਫਾਈ ਕਰਦਾ। ਫਿਰ ਮੇਰੇ ਮਨ ਦੇ ਵਿੱਚ ਲੱਗਣ ਲੱਗੀ ਵੀ ਮੈਂ ਕਿਉਂ ਨਾ ਅਫਸਰ ਬਣਾ। ਫਿਰ ਮੈਂ ਤਿਆਰੀ ਕੀਤੀ ਅਫਸਰ ਦੀ। ਫਿਰ ਮੈਂ ਇਹ ਤਿਆਰੀ ਕਰਦੇ 2013 ਦੇ ਵਿੱਚ ਐਗਜ਼ਾਮ ਦਿੱਤਾ, ਜੋ ਕਿ ਫੇਲ ਹੋ ਗਿਆ। ਫਿਰ 14 ਔਰ 15 ਦੇ ਵਿੱਚ ਫਿਰ ਐਗਜ਼ਾਮ ਦਿੱਤਾ, ਉਹ ਵੀ ਫੇਲ ਹੋ ਗਏ। 3 ਵਾਰ ਫੇਲ ਹੋਣ ਤੋਂ ਬਾਅਦ ਫਿਰ ਮੈਂ ਚੌਥੀ ਵਾਰੀ ਫਿਰ ਤਿਆਰੀ ਕੀਤੀ 2016 ਦੇ ਵਿੱਚ, ਤੇ ਫਿਰ ਮੈਂ ਅਪਲਾਈ ਕੀਤਾ ਤੇ ਮੈਂ ਚੌਥੀ ਵਾਰੀ ਇਹ ਟੈਸਟ ਕਲੀਅਰ ਕਰਕੇ ਫਿਰ ਮੈਂ 2017 ਦੇ ਵਿੱਚ ਅਸਿਸਟੈਂਟ ਮੈਨੇਜਰ ਅਪਾਇੰਟਮੈਂਟ ਹੋ ਗਿਆ। ਕਹਿੰਦੇ ਜਨੂਨ ਹੋਣਾ ਚਾਹੀਦਾ ਤੇ ਕੰਮ ਕੋਈ ਵੀ ਔਖਾ ਨਹੀਂ ਹੈਗਾ, ਸੋ ਤੁਹਾਡੇ 'ਚ ਜਨੂਨ ਸੀਗਾ। ਹਾਂਜੀ, ਇਦਾਂ ਸੀ। ਫਿਰ ਮੈਂ ਇਹ ਚੀਜ਼ ਨੂੰ ਮੁੱਖ ਰੱਖ ਕੇ ਚੱਲਿਆ ਵੀ ਅਗਰ ਮਿਹਨਤ ਕਰਨਾ ਆਪਾਂ ਸਾਰੀ ਚੀਜ਼ ਹਾਸਲ ਕਰ ਸਕਦੇ ਹਾਂ। ਇਸੇ ਤਰੀਕੇ ਨਾਲ ਆਰਮੀ ਵਿੱਚ ਵੀ ਮੈਂ ਗੇਮ ਕਰਦਾ ਰਿਹਾ, ਪੂਰੀ ਟੌਪ ਦੀ ਗੇਮ ਰਹੀ ਆ। ਕਾਫੀ ਮੈਂ ਹਾਈ ਲੈਵਲ ਤੱਕ ਪਲੇਅਰ ਰਿਹਾ ਆਰਮੀ ਦਾ। ਆਰਮੀ ਦੇ ਵਿੱਚ ਵੀ ਮੈਂ ਸਾਰਾ ਪ੍ਰਮੋਸ਼ਨ ਗੇਮਾਂ ਦੇ ਵਿੱਚ ਸਪੈਸ਼ਲ ਲਿਆ ਸੀ। ਮੈਂ ਉਸੇ ਮਿਸਾਲ ਨੂੰ ਹੀ ਇੱਧਰ ਕਨਵਰਟ ਕਰਨਾ ਚਾਹੁੰਦਾ ਸੀ। ਉਹ ਵਾਹਿਗੁਰੂ ਨੇ ਮੇਰਾ ਹੱਥ ਫੜਿਆ, ਫਿਰ ਇੱਧਰ ਵੀ ਉਸੇ ਤਰੀਕੇ ਨਾਲ ਕਨਵਰਟ ਹੋ ਗਈ। ਜਿੱਦਾਂ ਮੈਂ ਉੱਧਰ ਤਰੱਕੀ ਕੀਤੀ ਸੀ ਉਸੇ ਤਰੀਕੇ ਨਾਲ ਫਿਰ ਮੈਂ ਇੱਧਰ ਵੀ ਮੈਨੂੰ ਤਰੱਕੀ ਕਰਨ ਦਾ ਮੌਕਾ ਮਿਲਿਆ। 2017 ਦੇ ਵਿੱਚ ਮੈਂ ਅਸਿਸਟੈਂਟ ਮੈਨੇਜਰ ਬਣ ਕੇ ਇੱਧਰੋਂ ਜਲੰਧਰ ਦੇ ਵਿੱਚ ਗਿਆ, ਬੜਾ ਪਿੰਡ ਬ੍ਰਾਂਚ ਦੇ ਵਿੱਚ ਐਜ ਏ ਡਿਪਟੀ ਬ੍ਰਾਂਚ ਮੈਨੇਜਰ। ਫਿਰ ਉੱਥੋਂ ਮੈਂ 2021 ਦੇ ਵਿੱਚ ਫਿਰ ਦੁਬਾਰਾ ਇਸੇ ਬ੍ਰਾਂਚ ਵਿੱਚ ਹੀ ਆਇਆ ਡਿਪਟੀ ਬ੍ਰਾਂਚ ਮੈਨੇਜਰ, ਜਿਹੜੀ ਬ੍ਰਾਂਚ ਵਿੱਚ ਮੈਂ ਗਨਮੈਨ ਦਾ ਸਫ਼ਰ ਸ਼ੁਰੂ ਕੀਤਾ ਸੀ। ਫਿਰ ਮੈਂ ਹੁਣ ਫਰਵਰੀ ਦੇ ਵਿੱਚ ਮੇਰਾ ਐਗਜ਼ਾਮ ਹੋਇਆ ਸੀ ਮੈਨੇਜਰ ਵਾਸਤੇ, ਸਕੇਲ 2 ਆਫਿਸਰ ਵਾਸਤੇ, ਤੇ ਚਲੋ ਇੰਟਰਵਿਊ ਹੋਈ। ਉਹਦੇ ਵਿੱਚ ਮਹਾਰਾਜ ਨੇ ਕਿਰਪਾ ਕੀਤੀ ਤੇ ਮੈਂ ਮੈਨੇਜਰ ਪ੍ਰਮੋਟ ਹੋ ਗਿਆ 31 ਮਾਰਚ 2022 ਨੂੰ। ਸਾਰਾ ਕੰਮ ਸੌਖਾ ਲੱਗਾ ਤੁਹਾਨੂੰ ਕਿ ਬੜਾ ਸੌਖਾ ਹੈਗਾ, ਆਪਾਂ ਕਰ ਲਈਏ ਨਾਲ ਦੀ ਨਾਲ? ਨਹੀਂ, ਕੰਮ ਤਾਂ ਮੈਨੂੰ ਤਾਂ ਸੌਖਾ ਲੱਗਦਾ ਸੀ, ਪਰ ਇਦਾਂ ਹੈ ਤਾਂ ਬਹੁਤ ਮੁਸ਼ਕਿਲ ਆ। ਕਿਉਂ, ਇੱਕ ਗਨਮੈਨ ਤੋਂ ਲੈ ਕੇ ਜਿਹੜਾ ਸਫ਼ਰ ਆ ਇਹ ਇੱਥੇ ਇਹ ਕੁਰਸੀ ਤੱਕ ਬਹੁਤ ਔਖਾ ਸਫ਼ਰ ਆ। ਕਿਉਂ, ਉਹਦੇ ਅਕੋਰਡਲੀ ਮੈਨੂੰ ਗਨਮੈਨ ਤੋਂ ਲੈ ਕੇ ਨਾਲ ਜਿਹੜੀ ਸੀਟ ਤੇ ਮੈਂ ਬੈਠਾ ਉਹਦਾ ਮੈਨੂੰ ਕੰਮ ਵੀ ਆਉਣਾ ਚਾਹੀਦਾ। ਵਾਹਿਗੁਰੂ ਨੇ ਇੰਨੀ ਕਿਰਪਾ ਕੀਤੀ ਆ, ਉਹਨਾਂ ਕੰਮ ਜਿਹੜੀ ਮੈਂ ਸੀਟ ਤੇ ਬੈਠਾ ਪਰਮਾਤਮਾ ਦੀ ਕਿਰਪਾ ਰਹੀ ਆ, ਉਹ ਸੀਟ ਦਾ ਮੈਂ ਕੰਮ ਪ੍ਰੋਪਰਲੀ। ਜਦੋਂ ਤੁਸੀਂ ਗਨਮੈਨ ਦੀ ਕੁਰਸੀ ਤੇ ਬੈਠੇ ਸੀ ਉਦੋਂ ਨਿਗਾਹ ਹੁੰਦੀ ਸੀ ਕੈਸ਼ੀਅਰ ਦੀ ਕੁਰਸੀ ਤੇ ਜਾਣਾ? ਹਾਂਜੀ, ਜਦੋਂ ਮੈਂ ਗਨਮੈਨ ਦੀ ਕੁਰਸੀ ਤੇ ਚੇਅਰ ਤੇ ਬੈਠਾ ਸੀ ਜਾਂ ਮੈਂ ਗੇਟ ਤੇ ਖੜਦਾ ਸੀਗਾ, ਮੈਂ ਹਰ ਬੰਦੇ ਨੂੰ ਸਲੂਟ ਕਰਦਾ ਸੀ। ਹਰ ਬੰਦੇ ਨਾਲ ਮੈਂ ਉਹਦਾ ਫਾਰਮ ਭਰਨਾ, ਉਹਦੀ ਹੈਲਪ ਕਰਨੀ, ਮੰਨ ਲਓ ਗੇਟ ਖੋਲ੍ਹਣਾ, ਹਰ ਚੀਜ਼ ਮੈਂ ਕਰਦਾ ਸੀਗਾ। ਫਿਰ ਉਦੋਂ ਮੈਂ ਸੋਚਦਾ ਸੀ ਵੀ ਮੈਂ ਜੇ ਅਗਰ ਕੈਸ਼ੀਅਰ ਬਣਾ ਤਾਂ ਮੈਨੂੰ ਇਦਾਂ ਵੀ ਮੈਂ ਆ ਕੇ ਸੀਟ 'ਤੇ ਤਾਂ ਬੈਠਾਂਗਾ ਆਪਣੀ 'ਤੇ। ਪਰ ਇਹਦੇ ਵਿੱਚ ਕੋਈ ਡਿਫੀਕਲਟੀ ਸੀ, ਜਿੱਦਾਂ ਮੈਂ ਕੰਪਿਊਟਰ ਨਹੀਂ ਸੀ ਜਾਣਦਾ। ਫਿਰ ਉਹ ਕੰਪਿਊਟਰ ਇਹ ਵੀ ਮਸਲਾ ਮਠਾਰੂ ਸਾਹਿਬ ਪਹਿਲੇ ਦਿਨ ਹੀ ਸ਼ੌਂਕ ਪੈ ਗਿਆ ਸੀ ਜਦੋਂ ਗਨਮੈਨ ਦੀ ਜੋਬ ਹਾਸਲ ਕੀਤੀ, ਉਸ ਤੋਂ ਬਾਅਦ ਪਹਿਲੇ ਦਿਨ ਹੀ ਸ਼ੌਂਕ ਪੈ ਗਿਆ ਸੀ ਕਿ ਅਸੀਂ ਕੈਸ਼ੀਅਰ ਦੀ ਕੁਰਸੀ ਤੱਕ ਜਾਣਾ ਵਾ? ਹਾਂਜੀ, ਮੈਂ ਤਕਰੀਬਨ 1 ਮਹੀਨੇ ਬਾਅਦ ਜਦੋਂ ਮੈਨੂੰ ਮਹੀਨਾ ਲੱਗੇ ਨੂੰ ਹੋ ਗਿਆ ਸੀਗਾ, ਤੇ ਮੇਰੇ ਨਾਲ ਇੱਕ ਕੈਸ਼ੀਅਰ ਸਾਹਿਬ ਸੀ ਅੰਕਿਤ ਕੁਮਾਰ, ਬਿਹਾਰ ਦੇ ਰਹਿਣੇ ਵਾਲੇ, ਉਹ ਵੀ ਮੇਰੇ ਨਾਲ ਹੀ ਜੁਆਇਨ ਹੋਏ ਸੀ। ਮੈਂ ਗਨਮੈਨ ਜੁਆਇਨ ਹੋਇਆ ਸੀ, ਉਹ ਕੈਸ਼ੀਅਰ ਹੋਏ ਸੀ। ਉਹਨਾਂ ਨੇ ਮੈਨੂੰ ਮੇਰੇ ਨਾਲ ਮੋਟਰਸਾਈਕਲ ਤੇ ਜਗਰਾਉਂ ਤੱਕ ਜਾਂਦੇ ਸੀ। ਉਹਨਾਂ ਨੇ ਮੈਨੂੰ ਡੇਲੀ ਕਹਿਣਾ ਵੀ ਤੂੰ ਤਿਆਰੀ ਕਰ, ਵੀ ਅਗਰ ਤੂੰ ਪੇਪਰ ਦੇਂਗਾ ਤੇਰਾ ਪੇਪਰ ਕਲੀਅਰ ਹੋ ਜਾਣਾ, ਵੀ ਤੂੰ ਕੈਸ਼ੀਅਰ ਦੀ ਸੀਟ ਤੇ ਬੈਠੇਗਾ। ਸ਼ੁਰੂਆਤ ਤੁਸੀਂ ਕੀਤੀ ਸੀ, ਉਹਨਾਂ ਨੇ ਕੀਤੀ ਸੀ ਕਿ ਕੈਸ਼ੀਅਰ ਦੀ ਕੁਰਸੀ ਤੇ ਬਿਠਾਣਾ? ਇਹ ਉਹਨਾਂ ਨੇ ਕੀਤੀ ਸੀਗੀ, ਤੇ ਉਹ ਸਾਡਾ ਇਕੱਠਾ ਹੀ ਪ੍ਰਮੋਸ਼ਨ ਹੋਇਆ 2 ਸਾਲ ਬਾਅਦ। ਉਹ ਅਫਸਰ ਬਣ ਗਏ, ਮੈਂ ਕੈਸ਼ੀਅਰ ਬਣ ਗਿਆ। ਮੈਂ ਉਹਨਾਂ ਦੀ ਸੀਟ ਤੇ ਹੀ ਫਿਰ ਮੈਨੂੰ ਬੈਠਣ ਦਾ ਮੌਕਾ ਮਿਲ ਗਿਆ, ਤੇ ਕਾਫੀ ਸਮਾਂ ਫਿਰ ਮੈਂ ਇੱਥੇ ਹੀ ਕੈਸ਼ੀਅਰ ਰਿਹਾ। ਫਿਰ ਇਹਦੇ ਵਿੱਚੋਂ ਥੋੜਾ ਟਾਈਮ BRS ਨਗਰ ਲੁਧਿਆਣਾ, ਤੇ 3-4 ਮਹੀਨੇ ਫੁੱਲਾਂਵਾਲ ਬ੍ਰਾਂਚ ਦੇ ਵਿੱਚ ਮੈਂ ਰਿਹਾ, ਤੇ ਬਸ ਜ਼ਿਆਦਾ ਮੇਰੀ ਨੌਕਰੀ ਤਕਰੀਬਨ ਇਸੇ ਪਿੰਡ ਦੀ। ਕੈਸ਼ੀਅਰ ਤੋਂ ਬਾਅਦ ਡਿਪਟੀ ਮੈਨੇਜਰ ਦਾ ਫਿਰ ਸਫ਼ਰ ਕਿੱਦਾਂ ਰਿਹਾ? ਉਹ ਵੀ ਕਾਫੀ ਸਟਰਗਲ ਸੀਗੀ, ਕਿਉਂਕਿ ਅਫਸਰ ਦਾ ਕੰਮ ਵੀ ਕਾਫੀ ਜ਼ਿਆਦਾ ਦੇਖਣ ਨੂੰ ਸੌਖਾ ਲੱਗਦਾ। ਤੁਸੀਂ ਦੱਸਿਆ 3 ਵਾਰੀ ਫੇਲ ਹੋ ਗਏ। ਹਾਂਜੀ, ਜਦੋਂ ਮੈਂ 3 ਵਾਰ ਫੇਲ ਹੋਇਆ ਫਿਰ ਮੈਂ ਪਰ ਹੌਸਲਾ ਨਹੀਂ ਛੱਡਿਆ। ਹੌਸਲਾ ਮੇਰੇ ਤੇ ਗੁਰੂ ਸਾਹਿਬ ਦੀ ਕਿਰਪਾ ਰਹੀ, ਮੇਰੀ ਫੈਮਿਲੀ ਦਾ ਮੇਰੇ ਨਾਲ ਸਪੋਰਟ ਰਹੀ। ਇਹੀ ਕਹਿੰਦੇ ਰਹੇ ਵੀ ਤੁਸੀਂ ਧਿਆਨ ਨਾਲ ਪੇਪਰ ਦਿਓ, ਕੋਈ ਗੱਲ ਨਹੀਂ, ਵੀ ਇੱਕ ਵਾਰੀ ਕਲੀਅਰ ਕਰੋ ਪੇਪਰ। ਚਲੋ ਮੇਰਾ ਹੌਸਲਾ ਵੀ ਸੀ, ਵਾਹਿਗੁਰੂ ਨੇ ਕਿਰਪਾ ਕੀਤੀ ਤੇ ਕਲੀਅਰ ਹੋ ਕੇ ਅੱਜ ਮੈਂ ਬੜਾ ਮਤਲਬ ਮਾਣ ਮਹਿਸੂਸ ਕਰਦਾ। ਵੀ ਜਿਹੜਾ ਬੈਂਕ ਦੇ ਵਿੱਚ ਕਹਿੰਦੇ ਕਿ ਕੰਪਿਊਟਰ ਦਾ ਕੰਮ ਆਉਣਾ ਚਾਹੀਦਾ ਵਾ, ਕੰਪਿਊਟਰ ਆਉਂਦਾ ਸੀਗਾ ਸ਼ੁਰੂ ਤੋਂ? ਨਹੀਂ ਆਉਂਦਾ ਸੀਗਾ ਜੀ। ਮੈਂ ਕੰਪਿਊਟਰ ਆਪਣੇ ਬੇਟਾ ਸਾਹਿਬ ਤੋਂ ਸਿੱਖਿਆ, ਉਹ ਇੰਜੀਨੀਅਰਿੰਗ ਕਰਦੇ ਸੀਗੇ। ਬਾਹਰ ਚਲਾ ਗਿਆ ਬੇਟਾ? ਜਿਹੜਾ ਬਾਹਰ ਕੈਨੇਡਾ ਦੇ ਵਿੱਚ ਸਰਦਾਰ ਕੁਲਵਿੰਦਰ ਸਿੰਘ ਮਠਾੜੂ, ਜੋ ਬਰੰਪਟਨ ਦੇ ਵਿੱਚ ਅੱਜ ਕੱਲ੍ਹ ਉਹ ਵੀ ਮੈਨੇਜਰ ਨੇ ਉੱਥੇ। ਅੱਛਾ, ਉਹ ਵੀ ਬੈਂਕ 'ਚ ਮੈਨੇਜਰ ਨੇ? ਨਹੀਂ, ਉਧਰ ਹੋਰ ਵੇਅਰ ਹਾਊਸ 'ਚ ਮੈਨੇਜਰ ਨੇ। ਪਰ ਆਏ ਆ ਵੀ ਉਹ ਵੀ ਪੜ੍ਹੇ ਲਿਖੇ ਸੀ, ਬਹੁਤ ਵਧੀਆ ਉਹਨਾਂ ਨੇ ਮਿਹਨਤ ਕੀਤੀ ਆ, ਇਸ ਮੁਕਾਮ ਤੱਕ ਪਹੁੰਚੇ ਨੇ। ਜਾਂਦੇ ਤੇ ਕੰਪਿਊਟਰ ਸਿਖਾ ਕੇ ਤੁਹਾਨੂੰ ਵੀ ਉੱਚੇ ਅਹੁਦੇ ਤੇ ਬਿਠਾ ਗਏ? ਹਾਂਜੀ, ਨਹੀਂ ਸਹੀ ਗੱਲ ਤੁਸੀਂ ਕਹਿ ਰਹੇ ਹੋ।
ਅੱਜ ਮੈਂ ਜੋ ਕੁਛ ਹਾਂ ਮੈਂ ਆਪਣੇ ਪਰਿਵਾਰ ਦੀ ਬਦੌਲਤ ਹੀ ਹਾਂ। ਮੇਰੀ ਪਰਿਵਾਰ ਸਾਰਾ ਹੈਲਪ ਕਰਦਾ, ਕਿਉਂਕਿ ਮੈਂ ਵੀ ਪਰਿਵਾਰ ਦੀ ਹੈਲਪ ਕਰਦਾ ਤੇ ਪਰਿਵਾਰ ਮੇਰੇ ਨਾਲ ਮਿਲ ਕੇ ਚੱਲਦਾ। ਮੈਨੂੰ ਕੰਪਿਊਟਰ ਉਹਨਾਂ ਨੇ ਸਿਖਾਇਆ, ਮੈਨੂੰ ਕੱਲਾ ਕੱਲੀ ਚੀਜ਼ ਦੱਸੀ। ਕੰਪਿਊਟਰ ਸਿੱਖਣ ਨੂੰ ਕਿੰਨਾ ਸਮਾਂ ਲੱਗ ਗਿਆ? ਘਰ 'ਚ ਹੀ ਸਿੱਖਿਆ ਕਿ ਕੋਈ ਟ੍ਰੇਨਿੰਗ ਲਿੱਤੀ ਸਪੈਸ਼ਲ? ਮੈਨੂੰ ਘਰ ਦੇ ਵਿੱਚ ਮੇਰਾ ਬੇਟਾ ਇੰਜੀਨੀਅਰਿੰਗ ਕਰਦਾ ਸੀ, ਅਸੀਂ ਕੰਪਿਊਟਰ ਉਹਨੂੰ ਖਰੀਦ ਕੇ ਦਿੱਤਾ ਸੀਗਾ। ਫਿਰ ਮੈਂ ਘਰੇ 2-2 3-3 ਘੰਟੇ ਘਰੇ ਪ੍ਰੈਕਟਿਸ ਆਪ ਹੀ ਕਰਦਾ ਸੀ ਰਾਤ ਨੂੰ। ਉਹ ਮੈਨੂੰ ਦੱਸ ਦਿੰਦੇ, ਸਟਾਰਟ ਕਰਕੇ ਦੇ ਦਿੰਦੇ ਸੀ। ਫਿਰ ਮੈਨੂੰ ਔਨ ਆਫ ਕਰਨਾ ਦੱਸਿਆ ਉਹਨਾਂ ਨੇ, ਕਿੱਦਾਂ ਕਰਨਾ। ਇਹ ਸਾਰੀ ਮੈਂ ਸ਼ੁਰੂ ਤੋਂ ਲੈ ਕੇ ਏ ਤੋਂ ਲੈ ਕੇ ਜ਼ੈਡ ਤੱਕ ਉਹਨਾਂ ਨੇ ਦੱਸਿਆ ਸਾਰਾ ਕੁਛ। ਤੇ ਉਸ ਤੋਂ ਬਾਅਦ ਹੁਣ ਮੈਨੇਜਰ ਦਾ ਸਫ਼ਰ ਜਦੋਂ ਸ਼ੁਰੂ ਹੋਇਆ, ਮੈਨੇਜਰ ਦੀ ਅੱਜ ਕੁਰਸੀ ਤੇ ਬੈਠ ਗਏ ਹੋ, ਉਹ ਸਫ਼ਰ ਕਿੱਦਾਂ ਦਾ ਰਿਹਾ ਵਿੱਚ? ਨਹੀਂ, ਇਹ ਵਧੀਆ। ਹੁਣ ਮੈਂ ਮੈਨੇਜਰ ਪ੍ਰਮੋਟ ਹੋਇਆ ਹਲੇ 31 ਮਾਰਚ ਨੂੰ। ਹੁਣ ਸਾਡੀ ਬੈਂਕ ਦੇ ਅਕੋਰਡਲੀ ਦੇਖਦੇ ਆ ਵੀ ਕਿੱਥੇ ਮੈਨੂੰ ਬ੍ਰਾਂਚ ਦਿੰਦੇ ਆ ਜਾਂ ਕਿੱਥੇ ਲਾਉਂਦੇ ਨੇ। ਹੁਣ ਇਹ ਵੀ ਸਹੀ ਰਹੇਗਾ, ਕਿਉਂ ਜਿੰਨਾ ਚਿਰ ਮੈਨੂੰ ਹੁਣ ਤੱਕ ਮਹਾਰਾਜ ਨੇ, ਗੁਰੂ ਸਾਹਿਬ ਨੇ ਕਿਰਪਾ ਹੀ ਰੱਖੀ ਆ, ਤੇ ਹੁਣ ਵੀ ਮੈਂ ਪਰਮਾਤਮਾ ਤੇ ਭਰੋਸਾ ਕਰਦਾ ਵੀ ਕਿਰਪਾ ਹੀ ਰਹੇਗੀ ਇਦਾਂ ਹੀ। ਅੱਛਾ, ਗਾਰਡ ਤੋਂ ਤੁਸੀਂ ਬੈਂਕ ਮੈਨੇਜਰ ਬਣ ਗਏ, ਕਦੀ ਫੌਜ 'ਚ ਨਹੀਂ ਟਰਾਈ ਕੀਤਾ ਕਿ ਉੱਚੇ ਅਹੁਦੇ ਤੱਕ ਜਾਇਆ ਜਾਵੇ, ਹਵਲਦਾਰ ਤੱਕ, ਕਿ ਤੁਸੀਂ ਰਿਟਾਇਰ ਹੋ ਗਏ? ਮੈਂ ਉੱਚੇ ਅਹੁਦੇ ਤੱਕ ਜਾ ਸਕਦੇ ਸੀ, ਕੋਈ ਮੇਰੀ ਏਸ਼ੀਆਰ ਦੇ ਵਿੱਚ ਪ੍ਰੋਬਲਮ ਨਹੀਂ ਸੀ, ਸਾਰੀਆਂ A1 ਸੀਗੀਆਂ, ਸਾਰੇ ਵਧੀਆ ਸੀ ਰਿਕਾਰਡ। ਬਟ ਥੋੜੀ ਜਿਹੀ ਘਰ ਦੀ ਪ੍ਰੋਬਲਮ ਸੀ, ਉਹਦੀ ਵਜ੍ਹਾ ਨਾਲ ਫਿਰ ਮੈਨੂੰ BRS ਲੈਣੀ ਪਈ। ਬਹੁਤ ਧੱਕੇ ਨਾਲ ਮੈਂ BRS ਲੈ ਕੇ ਘਰੇ ਪਹੁੰਚਿਆ। ਤੇ ਮੁਸ਼ਕਲ ਆ, ਉਦੋਂ ਵੀ ਦਿੰਦੇ ਨਹੀਂ ਸੀ, ਕਿਉਂ ਅਸੀਂ ਸਪੈਸ਼ਲ ਗੇਮ ਵਾਲੇ ਸੀ ਜਾਂ ਘਾਤਕ ਪਲਟੂਨ ਦੇ ਵਿੱਚ ਸੀਗੇ ਅਸੀਂ ਉੱਥੇ ਵੀ, ਤੇ ਬੜੀ ਮੁਸ਼ਕਲ ਨਾਲ ਨਿਕਲੇ ਸੀਗੇ। ਪਰ ਆਏ ਆ ਵੀ ਉਹਦੇ ਅਕੋਰਡਲੀ ਉਹ ਜਿੰਨਾ ਮੈਨੂੰ ਉੱਥੇ ਕੁਝ ਮਿਲਣਾ ਸੀ, ਉਸ ਤੋਂ ਵੱਧ ਮੈਨੂੰ ਇੱਥੇ ਮਿਲ ਗਿਆ, ਜੋ ਮੈਂ ਸੋਚ ਵੀ ਨਹੀਂ ਸਕਦਾ ਸੀ। ਬਰਾਬਰ ਸਾਹਿਬ, ਅਗਲੀ ਹੁਣ ਕੀ ਪਲੈਨਿੰਗ ਸੋਚੀ ਕਿ ਮੈਨੇਜਰ ਤੋਂ ਬਾਅਦ ਅੱਗੇ ਤੱਕ? ਨਹੀਂ ਜੀ, ਅਗਲੀ ਕੋਈ ਪਲੈਨਿੰਗ ਨਹੀਂ, ਕਿਉਂ ਮੇਰੀ 2 ਸਾਲ ਸਰਵਿਸ ਰਹਿੰਦੀ ਆ। ਮੈਂ ਇੱਥੇ ਤੱਕ, ਮੈਨੂੰ ਤਾਂ ਪਿਛਲੇ ਰੈਂਕ ਵਿੱਚ ਵੀ ਸੰਤੁਸ਼ਟੀ ਸੀਗੀ, ਕਿਉਂ ਜਿੰਨਾ ਚਿਰ ਗੁਰਬਾਣੀ ਵੀ ਕਹਿੰਦੀ ਆ ਵੀ ਬਿਨਾਂ ਸੰਤੋਖ ਨਹੀਂ ਕੋਈ ਰਾਜੇ, ਬਿਨਾਂ ਸੰਤੋਖ ਤੋਂ ਕੋਈ ਬੰਦਾ ਰੱਜਦਾ ਨਹੀਂ। ਪਰ ਮੈਨੂੰ ਉਸੇ 'ਚੋਂ ਵੀ ਸੰਤੋਖ ਸੀ, ਤੇ ਹੁਣ ਵੀ ਸੰਤੋਸ਼ ਆ ਮੈਨੂੰ ਪੂਰਾ, ਕਿਉਂ ਮਹਾਰਾਜ ਨੇ ਜੋ ਦਿੱਤਾ, ਕੋਈ ਗੱਲ ਨਹੀਂ, ਬਹੁਤ ਕੁਛ ਦਿੱਤਾ, ਮੇਰੀ ਔਕਾਤ ਤੋਂ ਜ਼ਿਆਦਾ ਦਿੱਤਾ। ਮੈਨੂੰ ਇਹ ਚੀਜ਼ ਤੇ ਪ੍ਰਾਊਡ ਆ। ਸੋ ਲੱਗਦਾ ਨਹੀਂ ਸੀ ਕਿ ਬੈਂਕ ਅਸੀਂ ਫੌਜ 'ਚ ਰਿਟਾਇਰ ਹੋ ਗਏ ਆ, ਰਿਟਾਇਰ ਤੋਂ ਬੰਦਾ ਕਹਿੰਦਾ ਕਿ ਸੌਖੀ ਜ਼ਿੰਦਗੀ ਜੀ ਲਈ, ਆਰਾਮ ਨਾਲ ਜੀ ਲਈ, ਹੁਣ ਤਾਂ ਪੈਨਸ਼ਨ ਆਣੀ ਆ। ਤੁਸੀਂ ਐਡਾ ਵੱਡਾ ਸੰਘਰਸ਼ ਕਰਕੇ ਅੱਜ ਗਨਮੈਨ ਤੋਂ ਬੈਂਕ ਦੇ ਮੈਨੇਜਰ ਬਣ ਗਏ, ਫਿਰ ਬੋਝ ਦਿਮਾਗ ਤੇ ਆ ਗਿਆ ਪੂਰਾ ਵੱਡਾ? ਨਹੀਂ, ਮੈਨੂੰ ਕੋਈ ਜ਼ਿਆਦਾ ਨਹੀਂ, ਕਿਉਂਕਿ ਮੈਂ ਇਦਾਂ ਬਈ ਮੈਨੂੰ ਘਰੇ ਕੋਈ ਕੰਮ ਹੈ ਨਹੀਂ ਸੀਗਾ ਹੋਰ। ਫਿਰ ਮੈਂ ਵਿਹਲਾ ਰਹਿੰਦਾ, ਮੈਂ ਤਾਸ਼ ਖੇਡਦਾ ਲੋਕਾਂ ਦੇ ਨਾਲ, ਉਹਦੇ ਨਾਲ ਬਦੌਲਤ ਮੈਂ ਵਧੀਆ, ਮੈਨੂੰ ਲਾਈਨ ਮਿਲ ਗਈ, ਮੇਰੀ ਫੌਜ ਵਾਂਗੂ ਰੂਟੀਨ ਬਣੀ ਆ। ਮੈਂ ਰੋਜ਼ਾਨਾ ਆਪਣਾ ਟਾਈਮ ਨਾਲ ਬੈਂਕ ਵਿੱਚ ਆਉਣਾ, 9:30 ਪੌਣੇ 10 ਦੇ ਵਿੱਚ, ਬਿਲਕੁਲ ਟਾਈਮ ਦਾ ਪੰਕਚੁਅਲ ਆ, ਤੇ ਮੇਰੀ ਰੂਟੀਨ ਵਧੀਆ ਬਣੀ ਆ, ਮੈਨੂੰ ਤਨਖਾਹ ਮਿਲਦੀ ਆ, ਮੇਰਾ ਘਰ ਦਾ ਗੁਜ਼ਾਰਾ ਚੱਲਦਾ ਸਾਰਾ, ਤੇ ਇਸ ਕਰਕੇ ਹੋਰ ਮੇਰੇ ਕੋਲ ਕੋਈ ਸਾਧਨ ਨਹੀਂ ਸੀ। ਮੇਰੇ ਕਲਾਸ ਵਾਲਾ ਜਦੋਂ ਬੈਂਕ ਦੇ ਵਿੱਚ ਐਂਟਰ ਕਰਦੇ ਹੋ, ਜਿਹੜੀ ਕੁਰਸੀ ਤੇ ਤੁਸੀਂ ਬਾਹਰ ਸਲੂਟ ਮਾਰਦੇ ਸੀ ਅਫਸਰਾਂ ਨੂੰ, ਅੱਜ ਉਹ ਗਨਮੈਨ ਤੁਹਾਨੂੰ ਸਲੂਟ ਮਾਰੇਗਾ। ਹਾਂਜੀ, ਇਹ ਗੱਲ ਤੁਹਾਡੀ ਸਹੀ ਆ। ਬਈ ਜਦੋਂ ਹੁਣ ਮੈਂ ਜਿੱਥੇ ਮੈਂ ਖੜ ਕੇ ਲੋਕਾਂ ਨੂੰ ਸਲੂਟ ਮਾਰਦਾ ਸੀ, ਮੈਨੂੰ ਉੱਥੋਂ ਸਤਿਕਾਰ ਮਿਲਦਾ, ਉਹ ਸੀਟ ਦੇ ਉੱਤੋਂ ਮੈਨੂੰ ਸਾਰੀ ਸੀਟਾਂ ਤੋਂ ਸਤਿਕਾਰ ਮਿਲਦਾ ਪੂਰਾ। ਪਰ ਮੈਂ ਵੀ ਸਤਿਕਾਰ ਦਿੰਦਾ, ਜਿਸ ਤਰ੍ਹਾਂ ਮੈਂ ਚਾਹੇ ਕੋਈ ਸਾਡਾ PN ਆ, ਗਾਰਡ ਸਾਹਿਬ ਆ, ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਉਣਾ, ਕਿਉਂ ਮੈਂ ਇਸੇ ਲੈਵਲ ਤੋਂ ਤਾਂ ਗਿਆ। ਮੈਨੂੰ ਬਹੁਤ ਮਤਲਬ ਉਹ 'ਚੋਂ ਕੋਈ ਉਹ ਨਹੀਂ ਹੁੰਦਾ ਵੀ ਮੈਂ ਅਫਸਰ ਹਾਂ, ਮੈਨੂੰ ਆਪਣੇ ਵਰਗੇ ਲੈਵਲ ਮੈਂ ਸਮਝ ਕੇ ਉਹਨਾਂ ਨਾਲ ਚੱਲਦਾ। ਕਹਿੰਦੇ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਕਿ ਤੁਸੀਂ ਵੀ ਹੁਣ ਅੱਗੇ ਕੋਸ਼ਿਸ਼ ਕਰੋ ਕਿ ਤੁਸੀਂ ਵੀ ਇਸ ਮੁਕਾਮ ਤੱਕ ਪਹੁੰਚ ਸਕਦੇ ਹੋ? ਹਾਂਜੀ, ਦੱਸਦੇ ਆ ਲੋਕਾਂ ਨੂੰ, ਬਹੁਤ ਮਿਸਾਲ ਦੇਈਦੀ ਆ। ਬਹੁਤ ਸਾਡੇ ਅਕੋਰਡਲੀ ਮਤਲਬ ਬਣੇ ਨੇ ਜਿਹੜੇ ਕਲਰਕ ਵਗੈਰਾ, ਤੇ ਉਹਨਾਂ ਨੂੰ ਇਹ ਗਾਈਡੈਂਸ ਕਰੀਦੀ ਆ ਵੀ ਤੁਸੀਂ ਵੀ ਬਣ ਸਕਦੇ ਆ। ਜਿਨ੍ਹਾਂ ਦਾ ਤਾਂ ਇਰਾਦਾ ਹੁੰਦਾ ਬਣ ਜਾਂਦੇ ਨੇ। ਹੁਣ ਕਈ ਲੋਕਾਂ ਦੀ ਸੋਚ ਆ ਵੀ ਛੱਪੜ ਦੇ ਪਾਣੀ ਵਾਂਗੂ ਅਸੀਂ ਖੜੇ ਹੀ ਰਹਿਣਾ, ਬਸ ਖੜੇ ਪਾਣੀ ਨੂੰ ਫਿਰ ਜੀਲੀ ਲੱਗਦੀ ਆ, ਜਾਂ ਆਪਾਂ ਉਹ ਕਹਿ ਦਈਏ ਚਾਹੇ ਵਗਦੇ ਪਾਣੀ ਵਾਂਗੂ। ਵਗਦੇ ਪਾਣੀ ਨੇ ਤਾਂ ਸਭ ਪੱਥਰ ਪੁੱਥਰ ਰੋੜ ਕੇ ਲੈ ਜਾਣੇ ਨੇ। ਸੋ ਬਿਲਕੁਲ, ਇਹ ਸਨ ਪਰਮਜੀਤ ਸਿੰਘ ਮਠਾਰੂ, ਅੱਜ ਅਖਾੜਾ ਬੈਂਕ ਦੇ ਵਿੱਚ ਮੈਨੇਜਰ ਦੀ ਜੌਬ ਤੇ ਤੈਨਾਤ ਹੋ ਚੁੱਕੇ ਨੇ। ਸੋ ਦੱਸ ਦਈਏ ਕਿ ਮਠਾਰੂ ਸਾਹਿਬ ਬੈਂਕ ਦੇ ਵਿੱਚ ਗਨਮੈਨ ਤੌਰ ਤੇ 2008 ਦੇ ਵਿੱਚ ਭਰਤੀ ਹੋਏ ਸੀਗੇ। ਸੋ ਉਸ ਤੋਂ ਬਾਅਦ ਲਗਾਤਾਰ ਉਹ ਸੰਘਰਸ਼ ਕਰਦੇ ਰਹੇ, ਪੜ੍ਹਾਈ ਕਰਦੇ ਰਹੇ, ਅੱਜ ਇਸ ਮੁਕਾਮ ਤੱਕ ਪਹੁੰਚ ਗਏ ਕਿ ਅੱਜ ਪਰਮਜੀਤ ਸਿੰਘ ਮਠਾਰੂ ਬੈਂਕ ਦੇ ਵਿੱਚ ਮੈਨੇਜਰ ਦੇ ਤੌਰ ਤੇ ਤੈਨਾਤ ਨੇ। ਸੋ ਮਠਾਰੂ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ, ਇਸ਼ਾਰਾ ਕਰ ਰਹੇ ਨੇ, ਕੀ ਕਹਿਣਾ ਚਾਹੋਗੇ ਮਠਾਰੂ ਸਾਹਿਬ? ਮੈਂ ਇਹੀ ਗੱਲ ਕਹਿਣਾ ਚਾਹੁੰਦਾ ਵੀ ਆਪਣੇ ਕਦੇ ਇਹ ਨਹੀਂ ਸੋਚਣਾ ਚਾਹੀਦਾ ਆਪਾਂ ਨੂੰ ਵੀ ਮੈਂ ਇੱਕ ਵਾਰੀ ਫੇਲ ਹੋ ਗਿਆ ਤੇ ਆਪਾਂ ਕੰਮ ਛੱਡ ਦਈਏ। ਇਹ ਡਿੱਗ ਡਿੱਗ ਕੇ ਬੰਦਾ ਸਵਾਰ ਹੁੰਦਾ। ਬਾਕੀ ਮੈਂ 2 ਗੱਲਾਂ ਜ਼ਰੂਰ ਕਹਿਣਾ ਚਾਹੁੰਦਾ, ਜਿੰਨੇ ਵੀ ਆਪਣੇ ਸਰੋਤੇ ਸਾਰੇ ਸੁਣ ਰਹੇ ਨੇ ਆਪਣੇ ਚੈਨਲ ਦੇ ਮਾਧਿਅਮ ਦੇ ਨਾਲ, ਵੀ ਮਿਹਨਤ ਕਰਨੇ ਵਾਲੋਂ की कभी हार नहीं होती, मेहनत करने वालों की कभी हार नहीं होती, नफरत करने वालों की बेड़ी पार नहीं होती। ਬਿਲਕੁਲ ਸਹੀ ਗੱਲ ਕਹੀ ਹੈ ਕਿ ਮਿਹਨਤ ਕਰਨ ਵਾਲਿਆਂ ਦੀ ਕਦੀ ਵੀ ਹਾਰ ਨਹੀਂ ਹੁੰਦੀ। ਸੋ ਅੱਜ ਮਠਾਰੂ ਸਾਹਿਬ ਮਿਹਨਤ ਕਰ ਰਹੇ ਨੇ, ਅੱਜ ਮੈਨੇਜਰ ਦੀ ਕੁਰਸੀ ਤੇ ਤੈਨਾਤ ਨੇ, ਅੱਜ ਮੈਨੇਜਰ ਬਣ ਚੁੱਕੇ ਨੇ। ਵੱਡਾ ਸੰਘਰਸ਼ ਰਿਹਾ, ਆਪ ਬੀਤੀ ਦੱਸੀ ਕਿਸ ਤਰ੍ਹਾਂ ਉਹਨਾਂ ਨੇ ਸੰਘਰਸ਼ ਕੀਤਾ ਵਾ। ਸੋ ਕਹਿ ਰਹੇ ਨੇ ਕਿ ਬੰਦੇ ਨੂੰ
ਡਿੱਗ ਕੇ ਜਿੱਦਾਂ ਵੱਡਾ ਹੁੰਦਾ ਵਾ ਉਸੇ ਤਰ੍ਹਾਂ ਪੜ੍ਹ ਲਿਖ ਕੇ ਬੰਦਾ ਸੰਘਰਸ਼ ਕਰ ਸਕਦਾ। ਜੇ ਇੱਕ ਵਾਰੀ ਤੁਸੀਂ ਫੇਲ ਹੋ ਗਏ ਦੁਬਾਰਾ ਤੁਸੀਂ ਕੋਸ਼ਿਸ਼ ਜ਼ਰੂਰ ਕਰੋ, ਵੱਡੇ ਮੁਕਾਮ ਤੱਕ ਜ਼ਰੂਰ ਪਹੁੰਚ ਸਕਦੇ ਹੋ। ਕੈਮਰਾਮੈਨ ਰਕੇਸ਼ ਦੇ ਨਾਲ ਨਰਿੰਦਰ ਮਹਿੰਦੂ, ਜਗਮਨ ਟੀਵੀ, ਲੁਧਿਆਣਾ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।